ਸਤਿ ਸ਼੍ਰੀ ਅਕਾਲ ਜੀ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਸਰ, ਤੁਸੀਂ ਕੋਈ ਜ਼ਰੂਰੀ ਕੰਮ ਸੀ? ਮੇਰੇ ਤੋਂ ਕਿਸੇ ਫਾਈਲ ਵਗੈਰਾ ਦੀ ਜ਼ਰੂਰਤ ਤਾਂ ਨਹੀਂ ਪੈ ਗਈ? ਮੈਨੂੰ ਦੇਖ ਕੇ ਹੀ ਉਹ ਘਬਰਾ ਕੇ ਮੈਨੂੰ ਪੁੱਛਣ ਲੱਗਿਆ। ਨਹੀਂ ਸੁਖਚੈਨ, ਕੀ ਗੱਲ ਹੈ? ਮੈਂ ਕਈ ਦਿਨਾਂ ਤੋਂ ਤੈਨੂੰ ਦੇਖ ਰਿਹਾ ਹਾਂ। ਤੂੰ ਬਹੁਤ ਪਰੇਸ਼ਾਨ ਲੱਗ ਰਿਹਾ ਹੈ ਅਤੇ ਤੂੰ ਕਈ ਦਿਨਾਂ ਤੋਂ ਛੁੱਟੀ 'ਤੇ ਸੀ। ਮੈਂ ਇੱਧਰੋਂ ਲੰਘ ਰਿਹਾ ਸੀ ਅਤੇ ਸੋਚਿਆ ਤੈਨੂੰ ਮਿਲ ਕੇ ਜਾਵਾਂ। ਸਭ ਠੀਕ ਠਾਕ ਤਾਂ ਹੈ ਨਾ? ਤੂੰ ਕੁਛ ਪਰੇਸ਼ਾਨ ਲੱਗ ਰਿਹਾ ਹੈ, ਇਸ ਲਈ ਪੁੱਛਿਆ। ਦਰਅਸਲ ਸੁਖਚੈਨ ਨੂੰ ਮੈਂ ਉਹਦੀ ਇਮਾਨਦਾਰੀ ਅਤੇ ਉਹਦੇ ਇੰਨੇ ਮਿਹਨਤੀ ਹੋਣ ਦੀ ਵਜ੍ਹਾ ਨਾਲ ਕਾਫੀ ਪਸੰਦ ਕਰਦਾ ਸੀ। ਮੇਰੀ ਗੱਲ ਸੁਣ ਕੇ ਸੁਖਚੈਨ ਉਦਾਸ ਜਿਹਾ ਬੋਲਿਆ ਕੀ ਦੱਸਾਂ ਸਰ, ਮੇਰੇ ਘਰ ਵਾਲੀ ਦੀ ਅਜੀਬ ਬਿਮਾਰੀ ਨੇ ਮੈਨੂੰ ਟੈਨਸ਼ਨ ਵਿੱਚ ਪਾ ਦਿੱਤਾ ਹੈ। ਹੁਣ ਤੁਹਾਡੇ ਤੋਂ ਕੀ ਛੁਪਾਉਣਾ। ਡਾਕਟਰ ਕਹਿੰਦੇ ਨੇ ਕਿ ਮੇਰੀ ਪਤਨੀ ਡਿਪਰੈਸ਼ਨ ਦੀ ਮਰੀਜ਼ ਹੈ। ਉਹਦੀ ਜ਼ਿੰਦਗੀ ਵਿੱਚ ਇੱਕ ਅਜਿਹੀ ਘਟਨਾ ਘਟੀ ਹੈ ਜਿਹਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਦੋਂ ਤੋਂ ਹੀ ਉਹਦੇ ਅੰਦਰ ਉਹਦੀ ਉਦਾਸੀ, ਨਿਰਾਸ਼ਾ ਅਤੇ ਅਪਰਾਧੀ ਅਤੇ ਖੁਦ ਦੇ ਲਈ ਨਫ਼ਰਤ ਪੈਦਾ ਹੋ ਗਈ ਹੈ। ਸੁਖਚੈਨ ਨੇ ਪੂਰੀ ਗੱਲ ਦੱਸੀ। ਸੁਖਚੈਨ ਦੇ ਅਜਿਹਾ ਕਹਿਣ 'ਤੇ ਉੱਤੇ ਮੈਂ ਬੋਲਿਆ, ਅਜਿਹੀ ਕੀ ਗੱਲ ਹੋ ਗਈ ਜਿਹਦੀ ਵਜ੍ਹਾ ਨਾਲ ਉਹਨਾਂ ਦੇ ਮਨ ਨੂੰ ਇੰਨਾ ਸਦਮਾ ਲੱਗਿਆ ਕਿ ਉਹ ਡਿਪਰੈਸ਼ਨ ਦੇ ਮਰੀਜ਼ ਹੋ ਗਏ? ਮੈਂ ਕੁਝ ਹੋਰ ਜਾਣਨ ਦੀ ਕੋਸ਼ਿਸ਼ ਕੀਤੀ। ਸੁਖਚੈਨ ਨੇ ਦੱਸਿਆ ਕਿ ਸਰ, ਉਹਦੀ ਇੱਕ ਮਾਨਸਿਕ ਪਰੇਸ਼ਾਨੀ ਹੈ ਅਤੇ ਉਹਦੇ ਲਈ ਉਹ ਪਰੇਸ਼ਾਨੀ ਦੇ ਲਈ ਜ਼ਿੰਮੇਦਾਰ ਦੁਰਘਟਨਾ ਨੂੰ ਤਾਂ ਮੈਂ ਜਾਣਦਾ ਹਾਂ। ਹੁਣ ਤੁਹਾਡੇ ਤੋਂ ਕੀ ਛੁਪਾਉਣਾ। ਗੱਲ ਇਹ ਹੈ ਕਿ ਜਦੋਂ ਇਹਨਾਂ ਦਾ ਵਿਆਹ, ਸੁਖਚੈਨ ਉਸ ਤੋਂ ਅੱਗੇ ਕੁਝ ਕਹਿੰਦਾ। ਇਸ ਤੋਂ ਪਹਿਲਾਂ ਉਹਦੀ ਬੇਟੀ ਨੇ ਕਿਸੇ ਕੰਮ ਤੋਂ ਅੰਦਰ ਬੁਲਾ ਲਿਆ। ਸੁਖਚੈਨ ਨੇ ਕਿਹਾ, ਸਰ ਮੈਂ ਹੁਣੇ ਆਉਂਦਾ ਹਾਂ, ਉਦੋਂ ਤੱਕ ਤੁਸੀਂ ਇਹ ਐਲਬਮ ਦੇਖੋ। ਮੈਨੂੰ ਇੱਕ ਐਲਬਮ ਫੜਾਉਂਦੇ ਹੋਏ ਸੁਖਚੈਨ ਅੰਦਰ ਚਲਾ ਗਿਆ। ਮੈਂ ਫੋਟੋਆਂ ਦੇਖਣ ਲੱਗਿਆ। ਪਹਿਲਾਂ ਦੀਆਂ ਕੁਝ ਤਸਵੀਰਾਂ ਸੁਖਚੈਨ ਦੇ ਬਚਪਨ ਅਤੇ ਪਰਿਵਾਰ ਵਾਲਿਆਂ ਦੀਆਂ ਸੀ। ਬਾਅਦ ਦੀਆਂ ਤਸਵੀਰਾਂ ਵਿੱਚ ਸੁਖਚੈਨ ਦੇ ਵਿਆਹ ਦੀਆਂ ਸੀ। ਮੈਨੂੰ ਉਹਨਾਂ ਤਸਵੀਰਾਂ ਵਿੱਚੋਂ ਕੁਝ ਜਗ੍ਹਾ ਆਪਣੀਆਂ ਜਾਣੀ ਪਹਿਚਾਣੀਆਂ ਲੱਗੀਆਂ। ਇੱਕ ਫੋਟੋ ਜਿਹਦੇ ਵਿੱਚ ਬਰਾਤ ਕਿਸੇ ਗੁਰਦੁਆਰਾ ਸਾਹਿਬ ਵਿੱਚ ਰੁਕੀ ਹੋਈ ਸੀ, ਉਸ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਮੈਂ ਪਹਿਲਾਂ ਵੀ ਇਸ ਥਾਂ 'ਤੇ ਜਾ ਚੁੱਕਿਆ ਹਾਂ। ਫਿਰ ਮੈਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦੀ ਫੋਟੋ ਦੇਖੀ ਤਾਂ ਮੈਂ ਹੈਰਾਨ ਰਹਿ ਗਿਆ, ਕਿਉਂਕਿ ਉੱਪਰ ਗੁਰਦੁਆਰਾ ਸਾਹਿਬ ਦਾ ਨਾਮ ਲਿਖਿਆ ਹੋਇਆ ਸੀ। ਕਿਉਂਕਿ ਅਜਿਹੀ ਹੀ ਇੱਕ ਤਸਵੀਰ ਮੇਰੇ ਕੋਲ ਵੀ ਹੈ। ਮੈਂ ਸੁਖਚੈਨ ਦੀ ਪਤਨੀ ਦੀ ਫੋਟੋ ਦੇਖਣ ਹੀ ਵਾਲਾ ਸੀ ਅਤੇ ਉਦੋਂ ਸੁਖਚੈਨ ਹੱਥ ਵਿੱਚ ਚਾਹ ਅਤੇ ਨਾਸ਼ਤਾ ਲੈ ਕੇ ਵਾਪਸ ਆ ਗਿਆ ਅਤੇ ਐਲਬਮ ਸਾਈਡ 'ਤੇ ਰੱਖ ਕੇ ਮੈਨੂੰ ਚਾਹ ਅਤੇ ਨਾਸ਼ਤੇ ਵਾਸਤੇ ਪੁੱਛਣ ਲੱਗਾ। ਮੈਂ ਗੱਲ ਫਿਰ ਸ਼ੁਰੂ ਕਰ ਦਿੱਤੀ। ਹਾਂ ਸੁਖਚੈਨ, ਤੂੰ ਕਹਿ ਰਿਹਾ ਸੀ ਕਿ ਵਿਆਹ? ਸਰ, ਮੇਰੀ ਪਤਨੀ ਦਾ ਡਿਪਰੈਸ਼ਨ ਉਹਦੇ ਵਿਆਹ ਦੀ ਵਜ੍ਹਾ ਨਾਲ ਪੈਦਾ ਹੋਇਆ ਹੈ। ਇਹੀ ਕਾਰਨ ਹੈ ਕਿ ਵਿਆਹ ਨਾਲ ਜੁੜੇ ਹੋਏ ਕਿਸੇ ਵੀ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹੀ ਉਹ ਆਪਣਾ ਆਪਾ ਖੋ ਦਿੰਦੀ ਹੈ। ਜਾਣਦੇ ਹੋ ਇਸ ਵਾਰ ਕੀ ਹੋਇਆ? ਕੀ ਹੋਇਆ ਸੁਖਚੈਨ? ਮੇਰੀ ਉਤਸੁਕਤਾ ਵੱਧ ਗਈ। ਸਰ, ਮੇਰੀ ਬੇਟੀ ਸਿਮਰ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਹੈ, ਪਰ ਉਹ ਲੋਕ ਇੱਕ ਮੋਟਰਸਾਈਕਲ ਨੂੰ ਲੈ ਕੇ ਵਿਆਹ ਟਾਲ ਰਹੇ ਨੇ। ਮੇਰੇ 'ਚ ਇੰਨੀ ਪਹੁੰਚ ਨਹੀਂ ਹੈ ਕਿ ਮੈਂ ਉਹਨਾਂ ਨੂੰ ਮੋਟਰਸਾਈਕਲ ਲੈ ਕੇ ਦੇ ਸਕਾਂ। ਅਤੇ ਜਿਸ ਦਿਨ ਤੋਂ ਮੇਰੀ ਪਤਨੀ ਸੁਖਬੀਰ ਨੇ ਇਹ ਗੱਲ ਸੁਣੀ ਹੈ, ਉਸ ਦਿਨ ਤੋਂ ਉਹ ਬਹੁਤ ਹੀ ਅਸਹਿਜ ਹੋ ਗਈ ਹੈ। ਬਸ ਇੱਕ ਹੀ ਗੱਲ ਉਹਦੇ ਦਿਲ 'ਤੇ ਦਿਮਾਗ ਉੱਤੇ ਛਾਈ ਹੋਈ ਹੈ ਕਿ ਕਹਿੰਦੀ ਹੈ ਕਿ ਜਿਵੇਂ ਮੇਰਾ ਵਿਆਹ ਟੁੱਟ ਗਿਆ ਸੀ, ਉਵੇਂ ਹੀ ਸਿਮਰ ਦਾ ਵਿਆਹ ਵੀ ਨਹੀਂ ਹੋਵੇਗਾ। ਸੁਖਚੈਨ ਦੀ ਗੱਲ ਸੁਣ ਕੇ ਮੈਂ ਬੋਲਿਆ, ਤੂੰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਸਮਝਾਉਣ ਨਾਲ ਹੀ ਸਮੱਸਿਆ ਸੁਲਝ ਜਾਂਦੀ ਹੈ। ਤਾਂ ਫਿਰ ਕੀ ਗੱਲ ਸੀ? ਸੁਖਚੈਨ ਬਿਲਕੁਲ ਨਿਰਾਸ਼ ਅਤੇ ਪਰੇਸ਼ਾਨ ਲੱਗ ਰਿਹਾ ਸੀ। ਮੈਂ ਉਸ ਨੂੰ ਕਿਹਾ, ਨਹੀਂ ਸੁਖਚੈਨ, ਨਿਰਾਸ਼ ਨਾ ਹੋ। ਕਿਤੇ ਆਫਿਸ ਤੋਂ ਕੰਮਾਂ ਦੀ ਚਿੰਤਾ ਨਾ ਕਰ। ਪਹਿਲਾਂ ਸੁਖਬੀਰ ਨੂੰ ਠੀਕ ਕਰ ਅਤੇ ਉਹਦੀ ਦੇਖਭਾਲ ਕਰ। ਮੈਨੂੰ ਆਪਣਾ ਵੱਡਾ ਭਰਾ ਹੀ ਸਮਝਣਾ। ਤੇਰਾ ਸੀਨੀਅਰ ਆਫਿਸਰ ਤਾਂ ਮੈਂ ਕੇਵਲ ਆਫਿਸ ਵਿੱਚ ਹਾਂ। ਮੈਂ ਸੁਖਚੈਨ ਨੂੰ ਹਿੰਮਤ ਦਿੱਤੀ ਅਤੇ ਫਿਰ ਘਰ ਵਾਪਸ ਆ ਗਿਆ।
ਘਰੇ ਆਇਆ ਤਾਂ ਦਿਲ ਵਿੱਚ ਇੱਕ ਬੇਚੈਨੀ ਸੀ। ਸੁਖਚੈਨ ਦੇ ਵਿਆਹ ਸਥਾਨ ਦੀ ਫੋਟੋ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ। ਮਨ ਵਿੱਚ ਉੱਠੇ ਸ਼ੱਕ ਦੀ ਪੁਸ਼ਟੀ ਕਰਨ ਦੇ ਲਈ ਮੈਂ ਵੀ ਆਪਣੀ ਪੁਰਾਣੀ ਫੋਟੋ ਨੂੰ ਕੱਢਿਆ, ਜੋ ਮੇਰੇ ਦੁਖੀ ਵਿਆਹੁਤਾ ਜੀਵਨ ਦੀ ਸ਼ੁਰੂਆਤ ਦੇ ਅੰਤ ਦੀ ਗਵਾਹੀ ਦਿੰਦੀ ਸੀ। ਤੇ ਮੇਰਾ ਸ਼ੱਕ ਸੱਚਾਈ ਵਿੱਚ ਬਦਲ ਗਿਆ, ਕਿਉਂਕਿ ਸੁਖਚੈਨ ਦੇ ਵਿਆਹ ਦੀਆਂ ਤਸਵੀਰਾਂ ਠੀਕ ਉਸੇ ਜਗ੍ਹਾ ਦੀਆਂ ਸੀ ਜਿੱਥੇ ਕਈ ਸਾਲ ਪਹਿਲਾਂ ਮੈਂ ਵੀ ਲਾੜਾ ਬਣ ਕੇ ਗਿਆ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਉਹਨਾਂ ਤਸਵੀਰਾਂ ਵਿੱਚ ਡੁੱਬਦਾ ਚਲਾ ਗਿਆ ਤੇ ਮੇਰੇ ਸਾਹਮਣੇ ਅੱਜ ਤੋਂ 24 ਸਾਲ ਪੁਰਾਣਾ ਦ੍ਰਿਸ਼ ਜਿਵੇਂ ਫਿਰ ਤੋਂ ਜਿਉਂਦਾ ਹੋ ਗਿਆ। ਲਾਵਾਂ ਦੇ ਲਈ ਮੈਂ ਮੱਥਾ ਟੇਕ ਕੇ ਅਜੇ ਬੈਠਿਆ ਹੀ ਸੀ। ਪਾਠੀ ਸਿੰਘ ਨੇ ਪੜ੍ਹਨਾ ਸ਼ੁਰੂ ਹੀ ਕਰਨਾ ਸੀ। ਤਕਰੀਬਨ 11 ਵਜੇ ਦੋਨਾਂ ਪਾਸਿਆਂ ਤੋਂ ਰਿਸ਼ਤੇਦਾਰ ਪਹੁੰਚੇ ਹੋਏ ਸੀ। ਜਦੋਂ ਲਾਵਾਂ ਦੇ ਲਈ ਕੁੜੀ ਨੂੰ ਬੁਲਾਉਣ ਦੀ ਗੱਲ ਹੋਈ ਤਾਂ ਇੱਕਦਮ ਮੇਰੇ ਫੁੱਫੜ ਜੀ ਨੇ ਮੇਰੇ ਪਾਪਾ ਨੂੰ ਕੰਨ ਵਿੱਚ ਕੁਝ ਕਿਹਾ ਤੇ ਮੇਰੇ ਪਾਪਾ ਨੇ ਪ੍ਰੋਗਰਾਮ ਨੂੰ ਵਿੱਚੇ ਹੀ ਰੋਕ ਕੇ ਕਿਹਾ ਕਿ ਸੰਧੂ ਸਾਹਿਬ, ਵਿਆਹ ਤੋਂ ਪਹਿਲਾਂ ਹੀ ਤੈਅ ਹੋਇਆ ਸੀ ਕਿ ਮੋਟਰਸਾਈਕਲ ਵੀ ਵਿਆਹ ਵਿੱਚ ਦਿੱਤਾ ਜਾਵੇਗਾ, ਪਰ ਲੱਗਦਾ ਹੈ ਤੁਸੀਂ ਉਹ ਗੱਲ ਭੁੱਲ ਗਏ ਹੋ। ਮੇਰੇ ਪਾਪਾ ਨੇ ਆਪਣੀ ਬੇਸ਼ਰਮੀ ਤੇ ਲਾਲਚ ਦੋਨੇ ਇਕੱਠੇ ਹੀ ਪ੍ਰਗਟ ਕਰ ਦਿੱਤੇ। ਮੇਰੇ ਹੋਣ ਵਾਲੇ ਸਹੁਰਾ ਸਾਹਿਬ ਨੇ ਮੇਰੇ ਪਾਪਾ ਨੂੰ ਕਿਹਾ, ਵਿਆਹ ਦੀਆਂ ਤਿਆਰੀਆਂ ਕਰਨ ਦੌਰਾਨ ਅਜੇ ਮੈਂ ਕੁਝ ਵੀ ਕਰ ਨਹੀਂ ਸਕਿਆ, ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ, ਮੈਂ ਵਚਨ ਕਰਦਾ ਹਾਂ ਕਿ ਜ਼ਰੂਰ ਪੂਰਾ ਕਰਾਂਗਾ। ਵਿਸ਼ਵਾਸ ਕਰੋ, ਦਾਜ ਵਿੱਚ ਮੈਂ ਮੋਟਰਸਾਈਕਲ ਜ਼ਰੂਰ ਦੇਵਾਂਗਾ। ਕੁੜੀ ਦੇ ਪਿਤਾ ਨੇ ਬਹੁਤ ਹੀ ਮਿੰਨਤਾਂ ਤਰਲੇ ਕੀਤੇ, ਪਰ ਮੇਰੇ ਪਾਪਾ ਆਪਣੀ ਹੀ ਜਿੱਦ 'ਤੇ ਅੜੇ ਰਹੇ। ਮੈਨੂੰ ਆਦੇਸ਼ ਦਿੱਤਾ ਗਿਆ ਕਿ ਲਾਵਾਂ ਤੋਂ ਉੱਠ ਕੇ ਬਾਹਰ ਆ ਜਾ। ਮੈਂ ਹਿਚਕਚਾਇਆ, ਮੈਂ ਕੁਝ ਕਹਿਣਾ ਚਾਹਿਆ, ਪਰ ਮੇਰੀ ਕਿਸੇ ਨੇ ਨਾ ਸੁਣੀ ਤੇ ਜ਼ਬਰਦਸਤੀ ਮੈਨੂੰ ਉੱਥੋਂ ਬਾਹਰ ਕਰ ਦਿੱਤਾ ਗਿਆ। ਕੁੜੀ ਵਾਲਿਆਂ ਦੇ ਵੱਲੋਂ ਇੱਕ ਵਾਰ ਮਨਾਉਣ ਦੀ ਕੋਸ਼ਿਸ਼ ਫਿਰ ਹੋਈ, ਪਰ ਸਭ ਕੁਝ ਬੇਕਾਰ ਸੀ। ਮੇਰੇ ਪਾਪਾ ਨੇ ਆਦੇਸ਼ ਦੇ ਦਿੱਤਾ ਕਿ ਬਰਾਤ ਵਾਪਸ ਜਾਵੇਗੀ। ਉਹਨਾਂ ਦੇ ਇਸ ਗਲਤ ਫੈਸਲੇ ਦੇ ਪ੍ਰਤੀ ਮੈਂ ਨਾ ਜਾਣੇ ਕਿਉਂ ਕੋਈ ਵਿਰੋਧ ਪ੍ਰਗਟ ਨਹੀਂ ਕਰ ਸਕਿਆ। ਬਰਾਤੀਆਂ ਨੇ ਖਾਣਾ ਵੀ ਵਿੱਚ ਹੀ ਛੱਡ ਦਿੱਤਾ। ਚਾਨਣੀਆਂ ਕਨਾਤਾਂ ਪੱਟੀਆਂ ਜਾਣ ਲੱਗੀਆਂ। ਬੈਂਡ ਵਾਲੇ ਸਹਿਮ ਕੇ ਢੋਲ ਨਗਾੜੇ ਸਮੇਟਣ ਲੱਗੇ। ਲੋਕ ਆਪਣਾ ਆਪਣਾ ਸਮਾਨ ਸਮੇਟਣ ਲੱਗੇ ਤੇ ਮਿੰਟੋ ਮਿੰਟ ਹੀ ਉੱਥੋਂ ਸਾਰਾ ਦ੍ਰਿਸ਼ ਹੀ ਬਦਲ ਗਿਆ। ਕਿੱਥੇ ਤਾਂ ਢੋਲ ਢਮੱਕੇ ਤੇ ਨਾਚ ਗਾਣਾ, ਖਾਣਾ ਪੀਣਾ, ਤੇ ਕਿੱਥੇ ਇੱਕੇ ਪਲ ਵਿੱਚ ਹੀ ਹਾਹਾਕਾਰ ਮਚ ਗਈ। ਕੁੜੀ ਦੇ ਪਿਤਾ ਜੀ ਕਦੇ ਮੇਰੇ ਪੈਰਾਂ 'ਚ ਤੇ ਕਦੇ ਮੇਰੇ ਪਾਪਾ ਦੇ ਪੈਰਾਂ ਵਿੱਚ ਆਪਣਾ ਮੱਥਾ ਰਗੜਦੇ ਰਹੇ, ਪਰ ਕੋਈ ਨਤੀਜਾ ਨਾ ਨਿਕਲਿਆ। ਮੈਨੂੰ ਕਹਿਣ ਲੱਗੇ, ਬੇਟਾ ਤੂੰ ਹੀ ਸਮਝਾ ਆਪਣੇ ਪਾਪਾ ਨੂੰ, ਮੈਂ ਆਪਣਾ ਵਚਨ ਜ਼ਰੂਰ ਪੂਰਾ ਕਰੂੰਗਾ। ਮੇਰੀ ਇੱਜ਼ਤ ਤੇ ਕੁੜੀ ਦੇ ਜੀਵਨ ਨੂੰ ਇਸ ਤਰ੍ਹਾਂ ਬਰਬਾਦ ਤੇ ਅਪਮਾਨਿਤ ਹੋਣ ਤੋਂ ਬਚਾ ਲਓ। ਮੈਂ ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਮੇਰੇ ਪਾਪਾ ਨੇ ਗੁੱਸੇ ਹੋ ਕੇ ਮੈਨੂੰ ਟੋਕਿਆ, ਤੈਅ ਕਰ ਲਾ ਕਿ ਕਿਹਦੀ ਇੱਜ਼ਤ ਰੱਖਣੀ ਹੈ, ਆਪਣੇ ਬਾਪ ਦੀ ਜਾਂ ਉਹਦੀ ਜੋ ਹੁਣੇ ਤੇਰਾ ਕੁਝ ਨਹੀਂ ਲੱਗਦਾ। ਮੇਰੀ ਇੱਜ਼ਤ ਰੱਖਣਾ ਚਾਹੁੰਦੇ ਹੋ ਤਾਂ ਚੁੱਪਚਾਪ ਜਾ ਕੇ ਕਾਰ ਵਿੱਚ ਬਹਿ ਜਾ। ਮੈਂ ਉਦਾਸ ਹੋ ਕੇ ਕਾਰ ਵਿੱਚ ਜਾ ਕੇ ਬੈਠ ਗਿਆ। ਸ਼ਾਮ ਨੂੰ ਜਦੋਂ ਬਰਾਤ ਵਾਪਸ ਆਈ ਤਾਂ ਇੰਜ ਲੱਗਿਆ ਪਾਪਾ ਨੂੰ ਦੇਖ ਕੇ ਜਿਵੇਂ ਕੋਈ ਤਾਕਤਵਰ ਸ਼ਾਸਕ ਕਿਸੇ ਛੋਟੇ ਜਿਹੇ ਰਾਜ ਨੂੰ ਆਪਣੇ ਪੈਰਾਂ ਹੇਠਾਂ ਮਸਲ ਕੇ ਵਾਪਸ ਆ ਰਿਹਾ ਹੋਵੇ। ਵਾਪਸੀ ਦੀ ਇਹ ਯਾਤਰਾ ਮੇਰੇ ਮਨ ਨੂੰ ਬਹੁਤ ਦਰਦ ਦੇ ਰਹੀ ਸੀ। ਕੀ ਹੋਵੇਗਾ ਉਸ ਕੁੜੀ ਦਾ? ਕੌਣ ਵਿਆਹ ਕਰਵਾਵੇਗਾ ਉਹਦੇ ਨਾਲ? ਮੈਨੂੰ ਆਪਣੇ ਆਪ ਉੱਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਂ ਆਪਣੇ ਪਾਪਾ ਦੇ ਇਸ ਗਲਤ ਫੈਸਲੇ ਦਾ ਵਿਰੋਧ ਕਿਉਂ ਨਹੀਂ ਕਰ ਸਕਿਆ। ਦਿਮਾਗ ਵਿੱਚ ਵਿਚਾਰਾਂ ਦਾ ਜਵਾਰ ਭਾਟਾ ਚੱਲ ਰਿਹਾ ਸੀ। ਮੇਰੀ ਕਲਪਨਾ ਵਿੱਚ ਆਪਣੇ ਵਿਆਹ ਦੀ ਤਰਾਸਦੀ ਦਾ ਇੱਕ ਸੀਨ ਵਾਰ-ਵਾਰ ਚੱਲ ਰਿਹਾ ਸੀ। ਸੋਚਦਾ ਸੀ ਕਿ ਉਸ ਘਰ ਦੇ ਲੋਕਾਂ ਵਿੱਚ ਕੀ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ, ਉਹਨਾਂ ਉੱਤੇ ਕੀ ਬੀਤ ਰਹੀ ਹੋਵੇਗੀ। ਪਾਪਾ ਦੇ ਲਾਲਚ ਨੇ ਉਹਨਾਂ ਦੇ ਪਰਿਵਾਰ ਨੂੰ ਇਸ ਤਰ੍ਹਾਂ ਬੇਇੱਜ਼ਤ ਕੀਤਾ ਕਿ ਇੱਕ ਨਿਰਜੀਵ ਮੋਟਰਸਾਈਕਲ ਦੀ ਮੰਗ ਨੂੰ ਮਨਵਾਉਣ ਦੀ ਕੋਸ਼ਿਸ਼ ਵਿੱਚ
ਇੱਕ ਸੰਜੀਵ ਕੁੜੀ ਦੀ ਮਾਂਗ ਨੂੰ ਸੁਣੀ ਹੀ ਛੱਡ ਦਿੱਤਾ। ਕੀ ਬੀਤ ਰਹੀ ਹੋਵੇਗੀ ਉਸ ਕੁੜੀ 'ਤੇ? ਕਿਤੇ ਉਹ ਡਿਪਰੈਸ਼ਨ ਵਿੱਚ ਆ ਕੇ ਆਤਮ ਹੱਤਿਆ ਹੀ ਨਾ ਕਰ ਲਵੇ। ਇਸ ਵਿਚਾਰ ਤੋਂ ਹੀ ਮੈਂ ਘਬਰਾ ਉੱਠਿਆ। ਇੱਕ ਵਾਰ ਸੋਚਿਆ ਕਿ ਮੈਂ ਇਕੱਲਾ ਹੀ ਜਾਵਾਂ ਤੇ ਉਹਨੂੰ ਆਪਣੀ ਪਤਨੀ ਬਣਾ ਕੇ ਲੈ ਆਵਾਂ, ਲੇਕਿਨ ਅੰਤਰਾਤਮਾ ਨੇ ਮੈਨੂੰ ਟੋਕਿਆ ਕਿ ਲੋਕ ਕੀ ਕਹਿਣਗੇ। ਪਿਓ ਦਾ ਇੰਨਾ ਮਾਣ ਤੇ ਪੁੱਤ ਨੂੰ ਲਾਵਾਂ ਤੋਂ ਹੀ ਉਠਾ ਕੇ ਲੈ ਗਿਆ ਤੇ ਉਹੀ ਹੁਣ ਪੁੱਤ ਵਿਆਹ ਕਰਵਾਉਣ ਲਈ ਆਇਆ ਹੈ। ਇਹ ਤਾਂ ਥੁੱਕ ਕੇ ਚੱਟਣ ਵਾਲੀ ਗੱਲ ਹੋ ਗਈ। ਕਿਤੇ ਕੁੜੀ ਵਾਲੇ ਲੋਕ ਮੈਨੂੰ ਉੱਥੋਂ ਬੇਇੱਜ਼ਤ ਕਰਕੇ ਵਾਪਸ ਨਾ ਭੇਜ ਦੇਣ। ਇਹ ਸਭ ਸੋਚਦਾ ਰਿਹਾ। ਰਾਤ ਨੂੰ ਮੇਰੇ ਤੋਂ ਖਾਣਾ ਵੀ ਨਹੀਂ ਸੀ ਖਾਧਾ ਜਾ ਰਿਹਾ। ਮਨ ਦੀ ਦਸ਼ਾ ਅਜਿਹੀ ਹੋ ਗਈ ਕਿ ਜਿਵੇਂ ਮੈਂ ਪਾਗਲ ਹੀ ਹੋ ਗਿਆ ਸੀ। ਮੈਂ ਅਗਲੇ ਦਿਨ ਹੀ ਵਾਪਸ ਨੌਕਰੀ 'ਤੇ ਜਾਣ ਦਾ ਫੈਸਲਾ ਕਰ ਲਿਆ। ਜਾਂਦੇ ਸਮੇਂ ਪਾਪਾ ਨੇ ਕਿਹਾ, ਠੀਕ ਆ, ਜਾਓ ਬੇਟਾ, ਤੇ ਹਾਂ, ਨਿਰਾਸ਼ ਨਾ ਹੋਈ, ਤੇਰੇ ਲਈ ਬਹੁਤ ਚੰਗੇ ਚੰਗੇ ਰਿਸ਼ਤੇ ਆਉਣਗੇ। ਸ਼ੁਕਰ ਹੈ ਉਹਨਾਂ ਨੰਗਾਂ ਤੇ ਕੰਗਾਲਾਂ ਤੋਂ ਤਾਂ ਮੁਕਤੀ ਮਿਲੀ। ਵਾਪਸ ਆਉਣ ਤੋਂ ਬਾਅਦ ਮੇਰੀ ਇੱਕ ਨੌਕਰੀ ਫਿਰ ਤੋਂ ਸ਼ੁਰੂ ਹੋ ਗਈ। ਜਦੋਂ ਤੱਕ ਆਫਿਸ ਵਿੱਚ ਰਹਿੰਦਾ ਮੇਰਾ ਮਨ ਕੰਮ ਵਿੱਚ ਉਲਝਿਆ ਰਹਿੰਦਾ, ਪਰ ਘਰ ਵਾਪਸ ਆਉਂਦੇ ਹੀ ਮੈਂ ਖੁਦ ਨੂੰ ਅਪਰਾਧੀ ਸਮਝਣ ਲੱਗਦਾ। ਉਸ ਕੁੜੀ ਦੇ ਪ੍ਰਤੀ ਹੋਏ ਅਪਮਾਨ ਤੇ ਅਪਰਾਧ ਦੇ ਲਈ ਮੈਂ ਖੁਦ ਨੂੰ ਹੀ ਦੋਸ਼ੀ ਮੰਨਣ ਲੱਗਿਆ ਸੀ। ਇਸੇ ਮਨੋਦਸ਼ਾ ਨੇ ਕਰੀਬ 1 ਮਹੀਨੇ ਬਾਅਦ ਹੀ ਮੇਰੇ ਕੋਲ ਪਾਪਾ ਦਾ ਫੋਨ ਆਇਆ। ਉਹ ਬੋਲੇ, ਬੇਟਾ, 15 ਦਿਨਾਂ ਦੀ ਛੁੱਟੀ ਲੈ ਕੇ ਆ ਜਾ। ਤੇਰਾ ਵਿਆਹ ਤਕਰੀਬਨ ਤੈਅ ਹੀ ਹੈ। ਲੈਣ ਦੇਣ ਵੀ ਵਿਆਹ ਤੋਂ ਪਹਿਲਾਂ ਹੀ ਆ ਜਾਵੇਗਾ। ਬਸ ਇੱਕ ਵਾਰ ਤੂੰ ਕੁੜੀ ਨੂੰ ਦੇਖ ਲਾ ਤੇ ਜਲਦੀ ਆ ਜਾ। ਪਾਪਾ ਦੇ ਇਹਨਾਂ ਸ਼ਬਦਾਂ ਨੇ ਮੇਰੇ ਧੁਖਦੇ ਹੋਏ ਜੀਵਨ ਵਿੱਚ ਅੱਗ ਦਾ ਕੰਮ ਕੀਤਾ। ਇੱਕਦਮ ਮੇਰੇ ਅੰਦਰ ਦਾ ਵਿਦਰੋਹੀ ਪੁਰਸ਼ ਉੱਠ ਖੜਾ ਹੋਇਆ ਤੇ ਬਹੁਤ ਸੋਚ ਸਮਝ ਕੇ ਮੈਂ ਪਾਪਾ ਨੂੰ ਵਿਰੋਧ ਦਾ ਪੱਤਰ ਲਿਖ ਹੀ ਦਿੱਤਾ। ਪਾਪਾ ਜੀ, ਦਾਜ ਵਰਗੀ ਸਮਾਜਿਕ ਪਰੰਪਰਾ ਦੇ ਕਾਰਨ ਵਿਆਹ ਦਾ ਜੋ ਦੁੱਖ ਭਰਿਆ ਤਜਰਬਾ ਮੈਨੂੰ ਹੋਇਆ ਹੈ, ਉਹਦੀਆਂ ਯਾਦਾਂ ਮੇਰੇ ਜੀਵਨ ਨਾਲ ਹਮੇਸ਼ਾ ਜੁੜੀਆਂ ਰਹਿਣਗੀਆਂ। ਪਤਾ ਨਹੀਂ ਉਸ ਨਿਰਦੋਸ਼ ਕੁੜੀ ਦਾ ਕੀ ਹੋਇਆ ਹੋਵੇਗਾ। ਮੇਰੀ ਕਾਇਰਤਾ ਦੇ ਕਾਰਨ ਮਾਸੂਮ ਕੁੜੀ ਦਾ ਪੂਰਾ ਜੀਵਨ ਬਰਬਾਦ ਕਰ ਦਿੱਤਾ। ਤੇ ਮੈਂ ਤੁਹਾਨੂੰ ਇਹ ਤੱਕ ਨਹੀਂ ਕਹਿ ਸਕਿਆ ਕਿ ਮੋਟਰਸਾਈਕਲ ਤੋਂ ਜ਼ਿਆਦਾ ਮਹੱਤਵ ਮਨੁੱਖੀ ਕਦਰਾਂ ਕੀਮਤਾਂ ਦਾ ਹੈ। ਇਸ ਲਈ ਹੁਣ ਇਹ ਮੇਰਾ ਪਛਤਾਵਾ ਹੀ ਸਮਝੋ ਕਿ ਮੈਂ ਕਦੇ ਵੀ ਵਿਆਹ ਨਹੀਂ ਕਰਵਾਵਾਂਗਾ ਤੇ ਇਹ ਫੈਸਲਾ ਮੈਂ ਕਰ ਲਿਆ ਹੈ ਕਿ ਮੈਂ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਵਾਵਾਂਗਾ। ਉਮੀਦ ਹੈ ਕਿ ਮੇਰੇ ਇਸ ਫੈਸਲੇ ਦੇ ਲਈ ਤੁਸੀਂ ਮੈਨੂੰ ਮਾफ़ ਕਰੋਗੇ ਤੇ ਵਿਆਹ ਦੇ ਲਈ ਫਿਰ ਕਦੇ ਮੈਨੂੰ ਮਜਬੂਰ ਨਹੀਂ ਕਰੋਗੇ। ਪਰ ਪਰਿਵਾਰ ਦੇ ਪ੍ਰਤੀ ਸਾਰੀਆਂ ਜ਼ਿੰਮੇਵਾਰੀਆਂ ਨੂੰ ਮੈਂ ਪੂਰੀ ਜ਼ਿੰਦਗੀ ਨਿਭਾਉਂਦਾ ਰਹੂੰਗਾ। ਤੁਹਾਡਾ ਨਿਸ਼ਾਨ। ਮੇਰੀ ਚਿੱਠੀ ਪੜ੍ਹ ਕੇ ਪਾਪਾ ਜੀ ਤੇ ਮਾਂ ਮੈਨੂੰ ਸਮਝਾ ਕੇ ਹਾਰ ਗਏ, ਪਰ ਮੇਰਾ ਫੈਸਲਾ ਅਟੱਲ ਹੀ ਰਿਹਾ। ਹੁਣ ਤਾਂ ਬਸ ਇੱਕ ਹੀ ਜੀਵਨ ਸਾਥੀ ਰਹਿ ਗਿਆ ਹੈ ਤੇ ਉਹ ਹੈ ਇਹ ਤਸਵੀਰਾਂ ਜੋ ਮੇਰੇ ਅਤੀਤ ਦੇ ਉਹਨਾਂ ਪਲਾਂ ਦੀਆਂ ਗਵਾਹ ਨੇ ਜਿਨ੍ਹਾਂ ਪਲਾਂ ਨੂੰ ਮੈਂ ਕਾਇਰ ਨੇ ਸਿਰਫ ਯਾਦਾਂ ਬਣਾ ਕੇ ਛੱਡ ਦਿੱਤਾ। ਅਜਿਹੀਆਂ ਹੀ ਫੋਟੋਆਂ ਸੁਖਚੈਨ ਦੀ ਐਲਬਮ ਵਿੱਚ ਦੇਖ ਕੇ ਮੇਰਾ ਹੈਰਾਨ ਹੋਣਾ ਲਾਜ਼ਮੀ ਸੀ। 2 ਦਿਨਾਂ ਬਾਅਦ ਜਦੋਂ ਸੁਖਚੈਨ ਆਫਿਸ ਆਇਆ ਤਾਂ ਮੈਂ ਉਹਨੂੰ ਕਿਸੇ ਬਹਾਨੇ ਆਪਣੇ ਘਰੇ ਬੁਲਾਇਆ ਤੇ ਆਪਣੀ ਐਲਬਮ ਦੀਆਂ ਉਹ ਤਸਵੀਰਾਂ ਹੁਣ ਦਿਖਾਈਆਂ ਜੋ ਉਹਦੇ ਕੋਲ ਸੀ। ਉਹ ਵੀ ਹੈਰਾਨ ਹੋ ਗਿਆ ਤੇ ਪੁੱਛ ਹੀ ਬੈਠਿਆ, ਸਰ, ਤੁਹਾਡੇ ਕੋਲ ਇਹ ਫੋਟੋਆਂ ਕਿਵੇਂ ਆਈਆਂ? ਇਹ ਸਵਾਲ ਤਾਂ ਮੈਂ ਪੁੱਛਣ ਵਾਲਾ ਸੀ ਤੁਹਾਡੇ ਤੋਂ। ਮੇਰੀ ਇਸ ਗੱਲ ਤੇ ਉਹ ਬੋਲਿਆ, ਸਰ, ਮੇਰਾ ਤਾਂ ਉੱਥੇ ਵਿਆਹ ਹੋਇਆ ਸੀ, ਪਰ ਤੁਹਾਡੀਆਂ ਫੋਟੋਆਂ ਉਸ ਜਗ੍ਹਾ 'ਤੇ, ਉਹ ਵੀ ਵਿਆਹ ਦੇ ਪ੍ਰੋਗਰਾਮ ਦੀਆਂ। ਕਿਤੇ ਤੁਸੀਂ ਤਾਂ ਉਹੀ ਇਨਸਾਨ ਨਹੀਂ ਹੋ ਜੋ ਮੋਟਰਸਾਈਕਲ ਨਾ ਮਿਲਣ 'ਤੇ ਕੁੜੀ ਨੂੰ ਬਿਨਾਂ ਵਿਆਹ ਕਰਵਾਏ ਹੀ ਉੱਥੇ ਛੱਡ ਕੇ ਆਏ ਤੇ ਉੱਥੋਂ ਭੱਜੇ ਆਏ ਸੀ।
ਹਾਂ ਸੁਖਚੈਨ, ਮੈਂ ਹੀ ਉਹ ਕਾਇਰ ਆਦਮੀ ਹਾਂ ਜੋ ਉਸ ਟਾਈਮ ਆਪਣੇ ਪਿਤਾ ਦੇ ਅਜਿਹੇ ਗਲਤ ਫੈਸਲੇ ਦਾ ਵਿਰੋਧ ਨਾ ਕਰ ਸਕਿਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਪਛਤਾਵੇ ਦੀ ਅੱਗ ਵਿੱਚ ਝੁਲਸ ਰਿਹਾ ਹਾਂ, ਪਰ ਇੰਨਾ ਹੀ ਕਰ ਸਕਿਆ ਕਿ ਪੂਰਾ ਜੀਵਨ ਕੁਆਰਾ ਰਹਿਣ ਦਾ ਫੈਸਲਾ ਕਰ ਲਿਆ। ਇਹ ਕਹਿ ਕੇ ਮੈਂ ਸੁਖਚੈਨ ਦੇ ਜਵਾਬ ਦਾ ਇੰਤਜ਼ਾਰ ਕਰਨ ਲੱਗਿਆ। ਸਰ, ਤੁਸੀਂ ਇੰਨੀ ਸਹਿਜਤਾ ਨਾਲ ਇਸ ਸਾਰੀ ਘਟਨਾ ਨੂੰ ਸਵੀਕਾਰ ਕਰ ਲਿਆ, ਪਰ ਅਸਲ ਵਿੱਚ ਇਹ ਇੰਨੀ ਸਹਿਜ ਵਾਲੀ ਘਟਨਾ ਨਹੀਂ ਸੀ। ਤੁਹਾਡੀ ਬਰਾਤ ਵਾਪਸੀ ਦੇ ਕਾਰਨ ਉਸ ਕੁੜੀ ਦੇ ਮਾਂ-ਬਾਪ ਪਾਗਲਾਂ ਵਰਗੇ ਹੋ ਗਏ ਸੀ। ਉਸ ਕੁੜੀ ਨੇ ਛੱਤ ਤੋਂ ਡਿੱਗ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸੇ ਨੇ ਦੇਖ ਲਿਆ ਤੇ ਉਹਨੂੰ ਬਚਾ ਲਿਆ। ਸਾਰਾ ਪਿੰਡ ਥੂ-ਥੂ ਕਰ ਰਿਹਾ ਸੀ ਤੁਹਾਡੇ ਉੱਤੇ। ਮੈਂ ਗੱਲ ਨੂੰ ਬਦਲਦੇ ਹੋਏ ਪੁੱਛਿਆ ਤਾਂ ਉਹਨੇ ਦੱਸਿਆ, ਮੈਂ ਤਾਂ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਦਿਲ ਨੂੰ ਚੀਰ ਕੇ ਰੱਖ ਦੇਣ ਵਾਲੀ ਇਸ ਘਟਨਾ ਦੀ ਚਰਚਾ ਪੂਰੇ ਪਿੰਡ ਵਿੱਚ ਫੈਲਣ ਨੂੰ ਦੇਰ ਨਹੀਂ ਸੀ ਲੱਗੀ। ਮੈਂ ਵੀ ਉੱਥੇ ਪਹੁੰਚ ਗਿਆ। ਪੂਰੀ ਗੱਲ ਜਾਣਨ ਤੋਂ ਬਾਅਦ ਉਸ ਘਰ ਦੇ ਮੈਂਬਰਾਂ ਨੇ ਦੱਸਿਆ ਸਾਰੀ ਘਟਨਾ ਬਾਰੇ, ਤਾਂ ਉਹਨਾਂ ਦੇ ਦੁੱਖ ਦਰਦ ਨੂੰ ਦੇਖ ਕੇ ਮੇਰੇ ਤੋਂ ਰਿਹਾ ਨਹੀਂ ਗਿਆ ਤੇ ਮੈਂ ਖੁਦ ਉਸ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇਹ ਦੇਖ ਕੇ ਮੇਰੇ ਮਾਮਾ ਜੀ ਵੀ ਬਹੁਤ ਹੈਰਾਨ ਹੋਏ, ਪਰ ਮੈਂ ਕਿਹਾ, ਮਾਮਾ ਜੀ, ਮੈਂ ਕੋਈ ਅਪਰਾਧ ਨਹੀਂ ਕਰ ਰਿਹਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਮਾਤਾ ਪਿਤਾ ਮੇਰੇ ਇਸ ਫੈਸਲੇ ਤੋਂ ਨਾਰਾਜ਼ ਨਹੀਂ ਹੋਣਗੇ। ਫਿਰ ਮੈਂ ਸਮਝਦਾਰ ਵੀ ਹਾਂ ਤੇ ਨੌਕਰੀਸ਼ੁਦਾ ਵੀ ਹਾਂ। ਮੈਂ ਉਸ ਕੁੜੀ ਨੂੰ ਸਿਰਫ ਇੰਨਾ ਹੀ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਤੈਨੂੰ ਸੁਖੀ ਰੱਖਣ ਦੀ ਕੋਸ਼ਿਸ਼ ਕਰੂੰਗਾ। ਉਹਨੇ ਮੇਰੀ ਗੱਲ ਸੁਣੀ ਤੇ ਬੋਲੀ, ਇਸ ਦੁੱਖ ਦੀ ਘੜੀ ਵਿੱਚ ਮੈਂ ਆਪਣੇ ਪਰਿਵਾਰ ਦਾ ਸਾਥ ਦਿੱਤਾ, ਇਸ ਲਈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਧੋਖਾ ਨਹੀਂ ਦਿਓਗੇ। ਇਹੀ ਉਹਦੀ ਸਹਿਮਤੀ ਦਾ ਸੰਕੇਤ ਸੀ। ਫਿਰ ਵਿਆਹ ਹੋਇਆ। ਸਭ ਕੁਝ ਪਹਿਲਾਂ ਦੀ ਤਰ੍ਹਾਂ। ਇਸ ਵਾਰ ਸਿਰਫ ਤੁਹਾਡੀ ਜਗ੍ਹਾ ਤੇ ਮੈਂ ਸੀ, ਪਰ ਉਸ ਘਟਨਾ ਦਾ ਸੁਖਬੀਰ ਦੇ ਦਿਲ ਦਿਮਾਗ ਤੇ ਇੰਨਾ ਗਲਤ ਅਸਰ ਪਿਆ ਕਿ ਵਿਆਹ ਤੋਂ ਜੁੜੇ ਕਿਸੇ ਵੀ ਗੱਲ ਨੂੰ ਲੈ ਕੇ ਉਹ ਅੱਜ ਵੀ ਅਸਹਿਜ ਹੋ ਜਾਂਦੀ ਹੈ। ਸਿਮਰ ਦੇ ਵਿਆਹ ਵਿੱਚ ਵੀ ਮੁੰਡੇ ਵਾਲੇ ਮੋਟਰਸਾਈਕਲ ਦੀ ਮੰਗ ਕਰਦੇ ਨੇ। ਇਸ ਗੱਲ ਨੂੰ ਸੁਖਬੀਰ ਆਪਣੇ ਵਿਆਹ ਦੇ ਨਾਲ ਜੋੜ ਲੈਂਦੀ ਹੈ ਤੇ ਪਾਗਲਾਂ ਵਰਗੀ ਦਸ਼ਾ ਹੋ ਜਾਂਦੀ ਹੈ ਉਹਦੀ, ਤੇ ਉਹ ਵਾਰ-ਵਾਰ ਸਿਮਰ ਦੇ ਵਿਆਹ ਨੂੰ ਵੀ ਉਸ ਅਪਮਾਨਜਨਕ ਢੰਗ ਤੋਂ ਟੁੱਟਣ ਜਾਣ ਬਾਰੇ ਸੋਚ ਲੈਂਦੀ ਹੈ। ਅੱਛਾ, ਇਹ ਗੱਲ ਹੈ, ਤੂੰ ਉਹਨਾਂ ਨੂੰ ਕਹਿ ਦੇ ਕਿ ਸਿਮਰ ਦੇ ਵਿਆਹ ਵਿੱਚ ਅਜਿਹਾ ਕੁਝ ਵੀ ਨਹੀਂ ਹੋਵੇਗਾ। ਸਿਮਰ ਦਾ ਵਿਆਹ ਜ਼ਰੂਰ ਹੋਵੇਗਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਹੋਵੇਗਾ। ਮੈਂ ਮਨ ਹੀ ਮਨ ਇੱਕ ਫੈਸਲਾ ਕਰ ਲਿਆ ਸੀ। ਸੁਖਚੈਨ ਜਦੋਂ ਜਾਣ ਲੱਗਿਆ ਤਾਂ ਮੈਂ ਉਹਦੇ ਤੋਂ ਵਾਅਦਾ ਲਿਆ ਕਿ ਤੂੰ ਸੁਖਬੀਰ ਨੂੰ ਮੇਰੇ ਬਾਰੇ ਨਾ ਦੱਸੀ, ਤੇ ਨਾਲ ਦੀ ਨਾਲ ਸਿਮਰ ਦੇ ਹੋਣ ਵਾਲੇ ਸਹੁਰਿਆਂ ਦਾ ਪਤਾ ਵੀ ਪੁੱਛ ਲਿਆ। ਦੂਜੇ ਦਿਨ ਮੈਂ ਉਸ ਜਗ੍ਹਾ ਦਾ ਪਤਾ ਲਵਾ ਲਿਆ ਜਿੱਥੇ ਸਿਮਰ ਦਾ ਹੋਣ ਵਾਲਾ ਪਤੀ ਕੰਮ ਕਰਦਾ ਸੀ। ਮੈਂ ਉਹਦੇ ਨਾਲ ਮੁਲਾਕਾਤ ਕੀਤੀ ਤੇ ਜ਼ਰੂਰੀ ਕੰਮ ਦੇ ਬਹਾਨੇ ਉਹਨੂੰ ਇੱਕ ਹੋਟਲ ਵਿੱਚ ਲੈ ਗਿਆ। ਅਸੀਂ ਦੋਨੇ ਇੱਕ ਦੂਜੇ ਦੇ ਲਈ ਅਣਜਾਣ ਸੀ। ਮੈਂ ਆਪਣੇ ਬਾਰੇ ਦੱਸਿਆ ਤੇ ਆਪਣੇ ਵਿਆਹ ਨਾਲ ਜੁੜੀ ਉਸ ਘਟਨਾ ਬਾਰੇ ਦੱਸਿਆ। ਫਿਰ ਸੁਖਚੈਨ ਦੇ ਹੌਸਲੇ ਭਰੇ ਫੈਸਲੇ ਬਾਰੇ ਵੀ ਦੱਸਿਆ। ਅਖੀਰ ਵਿੱਚ ਮੈਂ ਉਹਨੂੰ ਆਪਣੇ ਮਿਲਣ ਦਾ ਕਾਰਨ ਵੀ ਦੱਸਿਆ। ਦੇਖ ਬੇਟਾ, ਮੈਨੂੰ ਪਤਾ ਹੈ ਕਿ ਤੇਰੇ ਪਰਿਵਾਰ ਦੇ ਵੱਲੋਂ ਮੋਟਰਸਾਈਕਲ ਦੀ ਮੰਗ ਕੀਤੀ ਗਈ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਸਿਮਰ ਤੇਰੀ ਹੋਣ ਵਾਲੀ ਪਤਨੀ ਹੈ ਤੇ ਉਹਦੇ ਪਿਤਾ ਜੀ ਇਸ ਗੱਲ ਨੂੰ ਪੂਰਾ ਕਰਨ ਵਿੱਚ ਅਸਮਰੱਥ ਨੇ। ਦਾਜ ਦੇ ਇਸ ਗਲਤ ਰਿਵਾਜ ਨੂੰ ਖਤਮ ਕਰਨ ਵਿੱਚ ਮੈਨੂੰ ਤੇਰੀ ਮਦਦ ਚਾਹੀਦੀ ਹੈ ਤੇ ਤੇਰੇ ਵਰਗੇ ਨੌਜਵਾਨਾਂ ਦੀ ਪਹਿਲ ਬਹੁਤ ਹੀ ਜ਼ਰੂਰੀ ਹੈ। ਪਰ ਅੰਕਲ, ਮੈਂ ਆਪਣੇ ਵਿਆਹ ਦੇ ਬਾਰੇ ਵਿੱਚ ਆਪਣੇ ਹੀ ਮੂੰਹ ਤੋਂ ਇਹ ਸਭ ਗੱਲਾਂ ਪਿਤਾ ਜੀ ਨੂੰ ਕਿਵੇਂ ਕਹਾਂ? ਅੱਜ ਤੋਂ 24 ਸਾਲ ਪਹਿਲਾਂ ਇਹੀ ਮਾਨਸਿਕਤਾ ਮੇਰੀ ਵੀ ਸੀ। ਬੇਟਾ, ਮੈਂ ਆਪਣੇ ਵੱਡਿਆਂ ਨਾਲ ਗੱਲਬਾਤ ਕਰਨ ਦਾ ਫੈਸਲਾ ਨਾ ਕਰ ਸਕਿਆ ਤੇ ਅੱਜ ਤੱਕ ਪਛਤਾਵੇ ਦੀ ਅੱਗ ਵਿੱਚ
ਝੁਲਸ ਰਿਹਾ ਹਾਂ। ਉਸ ਸਮੇਂ ਸੁਖਚੈਨ ਨੇ ਜੋ ਫੈਸਲਾ ਕੀਤਾ, ਉਸ ਫੈਸਲੇ 'ਤੇ ਅੱਜ ਵੀ ਸੁਖਚੈਨ ਨੂੰ ਗਰਵ ਹੈ। ਕਿ ਤੂੰ ਨਹੀਂ ਚਾਹਵੇਂਗਾ ਕਿ ਤੂੰ ਵੀ ਆਪਣੇ ਅੱਜ ਦੇ ਫੈਸਲੇ ਉੱਤੇ ਕੱਲ੍ਹ ਨੂੰ ਗਰਵ ਕਰ ਸਕੇ ਤੇ ਆਪਣਾ ਸਿਰ ਉੱਚਾ ਕਰਕੇ ਤੁਰ ਸਕੇ ਤੇ ਸਮਾਜ ਵਿੱਚ ਇੱਕ ਉਦਾਹਰਣ ਪੇਸ਼ ਕਰੇ। ਬੇਟਾ, ਮੈਂ ਆਪਣੇ ਜੀਵਨ ਭਰ ਦੇ ਤਜਰਬੇ ਦਾ ਨਿਚੋੜ ਤੇਰੇ ਨਾਲ ਕਰ ਰਿਹਾ ਹਾਂ। ਆਪਣੇ ਪਿਤਾ ਜੀ ਨੂੰ ਸਮਝਾ ਤੇ ਫਿਰ ਵੀ ਤੁਸੀਂ ਮੋਟਰਸਾਈਕਲ ਦਾ ਮੋਹ ਨਾ ਛੱਡਿਆ ਤਾਂ ਮੈਂ ਤੁਹਾਨੂੰ 1 ਲੱਖ ਰੁਪਏ ਦਾ ਚੈੱਕ ਦੇ ਕੇ ਜਾ ਰਿਹਾ ਹਾਂ। ਖਰੀਦ ਲਿਓ। ਇਹ ਮੇਰੇ ਲਈ ਤਾਂ ਇੱਕ ਮੌਕਾ ਹੈ, ਪਰ ਕਦੇ-ਕਦੇ ਇਨਸਾਨ ਨੂੰ ਪਛਤਾਵੇ ਦਾ ਤੇ ਪ੍ਰਾਇਸ਼ਚਿਤ ਕਰਨ ਦਾ ਮੌਕਾ ਵੀ ਨਹੀਂ ਮਿਲਦਾ। ਕਿਤੇ ਮੇਰੇ ਵਾਂਗੂ ਤੈਨੂੰ ਵੀ ਇਹ ਨਾ ਕਹਿਣਾ ਪਵੇ ਕਿ ਰੱਬ ਤੇਰੀ ਮਦਦ ਕਰੇ। ਇੰਨਾ ਕਹਿੰਦੇ ਹੋਏ ਮੈਂ ਉਹਦੇ ਤੋਂ ਵਿਦਾ ਲੈ ਲਈ। ਪੂਰਾ 1 ਮਹੀਨਾ ਮੈਂ ਪਰੇਸ਼ਾਨੀ ਵਿੱਚ ਹੀ ਲੰਘਾ ਦਿੱਤਾ ਕਿ ਉਹ ਮੁੰਡਾ ਆਪਣੇ ਪਿਤਾ ਜੀ ਨੂੰ ਸਮਝਾ ਸਕਿਆ ਹੋਵੇਗਾ ਜਾਂ ਨਹੀਂ। ਕੀ ਹੁਣ ਸਿਮਰ ਦਾ ਵਿਆਹ ਹੋਵੇਗਾ ਜਾਂ ਉਹਦਾ ਅੰਜਾਮ ਵੀ ਸੁਖਬੀਰ ਦੀ ਤਰ੍ਹਾਂ ਹੀ ਹੋਵੇਗਾ? ਅਨੇਕਾਂ ਹੀ ਸਵਾਲ ਜਿਨ੍ਹਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਮੇਰੇ ਦਿਮਾਗ ਨੂੰ ਖਰਾਬ ਕਰ ਰਹੇ ਸੀ। ਇੱਕ ਦਿਨ ਅਚਾਨਕ ਹੀ ਸੁਖਚੈਨ ਬਹੁਤ ਖੁਸ਼ ਹੋਇਆ, ਮੇਰੇ ਘਰੇ ਆਇਆ। ਸਰ, ਚਮਤਕਾਰ ਹੋ ਗਿਆ। ਉਹਨਾਂ ਨੇ ਬਿਨਾਂ ਕਿਸੇ ਦਾਜ ਦਹੇਜ ਤੋਂ ਤੇ ਸਮਾਨ ਤੋਂ ਹੀ ਬਿਨਾਂ ਵਿਆਹ ਨੂੰ ਹਾਂ ਕਰ ਦਿੱਤੀ ਹੈ। ਮੁੰਡੇ ਦਾ ਪਿਓ ਮੈਨੂੰ ਖੁਦ ਮਿਲ ਕੇ ਬੋਲਿਆ, ਹੁਣ ਜਲਦੀ ਨਾਲ ਵਿਆਹ ਦੀ ਤਰੀਕ ਕਢਵਾਓ ਤੇ ਸਿਮਰ ਬੇਟੀ ਨੂੰ ਵਿਦਾ ਕਰੋ। ਸੁਖਚੈਨ ਨੇ ਇਹ ਗੱਲ ਕਹਿੰਦੇ ਕਹਿੰਦੇ ਮੈਨੂੰ ਵੀ ਵਿਆਹ ਦਾ ਕਾਰਡ ਫੜਾਇਆ ਤੇ ਬੋਲਿਆ, ਸਰ, ਸਿਮਰ ਤੁਹਾਡੀ ਵੀ ਬੇਟੀ ਹੈ। ਇਹਦੇ ਤੋਂ ਜ਼ਿਆਦਾ ਤਾਂ ਕੀ ਕਵਾਂ। ਉਹ ਮੈਨੂੰ ਵਿਆਹ ਦਾ ਕਾਰਡ ਦੇ ਕੇ ਚਲਾ ਗਿਆ। ਵਿਆਹ ਦੇ ਦਿਨ ਸਿਮਰ ਦੇ ਸਹੁਰਾ ਸਾਹਿਬ ਨੇ ਸੁਖਚੈਨ ਨੂੰ ਪੁੱਛਿਆ, ਭਾਈ ਸਾਹਿਬ, ਤੁਹਾਡੇ ਮੈਨੇਜਰ ਸਾਹਿਬ ਨਹੀਂ ਆਏ? ਮੈਂ ਕਿਹਾ, ਮੈਂ ਬੁਲਾਇਆ ਤਾਂ ਸੀ ਉਹਨਾਂ ਨੂੰ, ਪਰ ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ? ਸੁਖਚੈਨ ਨੇ ਪੁੱਛਿਆ। ਇਸ ਲਈ ਕਿ ਉਹਨਾਂ ਨੇ ਹੀ ਮੇਰੀ ਅੰਤਰਾਤਮਾ ਨੂੰ ਜਗਾਇਆ। ਉਹਨਾਂ ਨੇ ਮੇਰੇ ਬੇਟੇ ਨੂੰ ਮਿਲ ਕੇ ਸਾਰੀ ਘਟਨਾ ਦੱਸੀ ਤੇ ਇਹ ਵੀ ਕਿਹਾ ਕਿ ਜੇ ਤੁਹਾਡੇ ਪਿਤਾ ਜੀ ਫਿਰ ਵੀ ਆਪਣੀ ਮੰਗ 'ਤੇ ਅੜੇ ਰਹਿਣ ਤਾਂ 1 ਲੱਖ ਰੁਪਏ ਦਾ ਚੈੱਕ ਉਹਨਾਂ ਨੂੰ ਦੇ ਦਿਓ। ਮੈਂ ਉਸ ਦੇਵਤਾ ਸਮਾਨ ਇਨਸਾਨ ਨੂੰ ਮਿਲ ਕੇ ਉਹਦਾ ਚੈੱਕ ਉਸ ਨੂੰ ਵਾਪਸ ਕਰਨਾ ਚਾਹੁੰਦਾ ਸੀ ਤੇ ਆਪਣੀ ਗਲਤੀ ਦੀ ਮਾਫੀ ਵੀ ਮੰਗਣੀ ਚਾਹੁੰਦਾ ਸੀ। ਸਿਮਰ ਦੇ ਸਹੁਰੇ ਨੇ ਜੋ ਚਿਹਰਾ ਸੁਖਚੈਨ ਨੂੰ ਦਿਖਾਇਆ, ਇਹ ਦੇਖ ਕੇ ਸੁਖਚੈਨ ਹੈਰਾਨ ਹੋ ਗਿਆ। ਨਿਸ਼ਾਨ ਨਹੀਂ ਆਏ, ਪਰ ਥੋੜ੍ਹੀ ਦੇਰ ਬਾਅਦ ਉਹਨਾਂ ਦਾ ਚਪੜਾਸੀ ਆਉਂਦਾ ਦਿਖਾਈ ਦਿੱਤਾ। ਉਹਨੇ ਆ ਕੇ ਇੱਕ ਚਿੱਠੀ ਫੜਾਈ ਜਿਹਦੇ ਵਿੱਚ ਲਿਖਿਆ ਸੀ, ਪਿਆਰੇ ਸੁਖਚੈਨ, ਸਿਮਰ ਦੇ ਵਿਆਹ ਵਿੱਚ ਮੇਰੇ ਤੋਂ ਸ਼ਾਮਿਲ ਨਾ ਹੋਣ ਦਾ ਦੁੱਖ ਤੇ ਹੈਰਾਨੀ ਤੈਨੂੰ ਜ਼ਰੂਰ ਹੋਈ ਹੋਵੇਗੀ। ਇਸ ਵਿਆਹ ਵਿੱਚ ਮੇਰੀ ਕੀ ਭੂਮਿਕਾ ਰਹੀ ਹੈ ਇਹ ਵੀ ਤੂੰ ਜਾਣ ਚੁੱਕਿਆ ਹੋਵੇਂਗਾ, ਪਰ ਸੁਖਬੀਰ ਦੇ ਵਿਆਹ ਵਿੱਚ ਆਪਣੀ ਸ਼ਰਮਨਾਕ ਭੂਮਿਕਾ ਦੇ ਕਾਰਨ ਹੀ ਮੈਂ ਉਹਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਿਹਾ। ਉਹ ਮੈਨੂੰ ਕਦੇ ਵੀ ਮਾਫ਼ ਨਹੀਂ ਕਰ ਸਕੇਗੀ ਤੇ ਕਰਨਾ ਵੀ ਨਹੀਂ ਚਾਹੀਦਾ। ਇਸ ਲਈ ਮੈਂ ਨਾ ਆ ਸਕਿਆ। ਸਿਮਰ ਬੇਟੀ, ਮੈਨੂੰ ਮਾਫ਼ ਕਰ ਦੇਵੀਂ। ਉਹ ਸਿਮਰ ਨੂੰ ਮੇਰੇ ਵੱਲੋਂ ਉਪਹਾਰ ਵਿੱਚ ਦੇ ਦਿਓ ਪੈਸੇ ਜੋ ਚੈੱਕ ਇਹ ਵਾਪਸ ਕਰਨਾ ਚਾਹੁੰਦੇ ਨੇ। ਰੱਬ ਨੇ ਮੇਰੀ ਅਰਦਾਸ ਸੁਣ ਲਈ ਤੇ ਹੁਣ ਸੁਖਬੀਰ ਵੀ ਡਿਪਰੈਸ਼ਨ ਤੋਂ ਦੂਰ ਤੇ ਬਹੁਤ ਖੁਸ਼ ਹੋਵੇਗੀ। ਸ਼ਾਇਦ ਹੁਣ ਆਪਾਂ ਕਦੇ ਵੀ ਨਾ ਮਿਲ ਸਕੀਏ। ਮੈਂ ਆਪਣੀ ਬਦਲੀ ਕਰਵਾ ਚੁੱਕਿਆ ਹਾਂ। ਸਾਰਿਆਂ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ। ਚਿੱਠੀ ਪੜ੍ਹ ਕੇ ਸੁਖਚੈਨ ਹੈਰਾਨ ਸੀ ਤੇ ਵਿਆਹ ਬਹੁਤ ਧੂਮ-ਧਾਮ ਨਾਲ ਹੋ ਗਿਆ। ਸਿਮਰ ਪਰਾਈ ਹੋ ਗਈ, ਪਰ ਨਿਸ਼ਾਨ ਦੇ ਇੱਕਦਮ ਪਰਾਏ ਹੁੰਦੇ ਹੋਏ ਵੀ ਹੁਣ ਸੁਖਚੈਨ ਅਤੇ ਸੁਖਬੀਰ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਸੀ। ਉਹ ਸੋਚ ਰਹੇ ਸੀ ਕਿ ਕੋਈ ਇਨਸਾਨ ਇੰਨੇ ਸਾਲਾਂ ਤੋਂ ਕੀਤੀ ਗਈ ਆਪਣੀ ਭੁੱਲ ਨੂੰ ਇਸ ਤਰ੍ਹਾਂ ਸੁਧਾਰੇਗਾ। ਸੱਚਮੁੱਚ ਹੀ ਪਛਤਾਵਾ ਤੇ ਆਪਣੀ ਗਲਤੀ ਸੁਧਾਰਨ ਦੀ ਇਹ ਬਹੁਤ ਵੱਡੀ ਉਦਾਹਰਨ ਸੀ। ਦੋਸਤੋ, ਧੀ ਦੇ ਪਰਿਵਾਰ ਨੂੰ ਦੁਖੀ ਕਰਕੇ ਆਪਾਂ ਆਪਣੇ ਪੁੱਤ ਦਾ ਘਰ ਕਿਵੇਂ ਵਸਾ ਸਕਦੇ ਹਾਂ? ਇੰਨੇ ਮਾਸੂਮ ਦਿਲ ਜਦੋਂ ਦੁਖੀ ਹੁੰਦੇ ਨੇ ਤਾਂ ਆਪਾਂ ਕਦੇ ਵੀ ਸੁਖੀ ਨਹੀਂ ਰਹਿ ਸਕਦੇ। ਇਸ ਲਈ ਕਦੇ ਵੀ ਦਾਜ
ਲੈਣਾ ਤੇ ਦੇਣਾ ਨਹੀਂ ਚਾਹੀਦਾ। ਦਾਜ ਦੇਣਾ ਵੀ ਓਨਾ ਹੀ ਗੁਨਾਹ ਹੈ ਜਿੰਨਾ ਕਿ ਦਾਜ ਲੈਣਾ। ਦੋਸਤੋ, ਜਿਸ ਨੇ ਧੀ ਦੇ ਦਿੱਤੀ ਤਾਂ ਪਿੱਛੇ ਕੀ ਰਹਿ ਗਿਆ ਹੈ। ਆਪਣੇ ਸਮਾਜ ਵਿੱਚ ਦਾਜ ਦੀ ਬਲੀ ਪਤਾ ਨਹੀਂ ਕਿੰਨੀਆਂ ਹੀ ਧੀਆਂ ਚੜ੍ਹਦੀਆਂ ਨੇ, ਤੇ ਕਈ ਵਾਰ ਦਾਜ ਦੇ ਲਾਲਚ ਵਿੱਚ ਅਣਜੋੜ ਤੇ ਅਣਮੇਲ ਵਿਆਹ ਕਰਵਾਏ ਜਾਂਦੇ ਨੇ, ਜਿੱਥੇ ਕਈ ਵਾਰ ਕੁੜੀ ਦੀ ਉਮਰ ਜਾਂ ਮੁੰਡੇ ਦੇ ਬਰਾਬਰ ਦੀ ਯੋਗਤਾ ਨਹੀਂ ਦੇਖੀ ਜਾਂਦੀ, ਬਲਕਿ ਉਸ ਨੂੰ ਦਿੱਤੇ ਜਾਣ ਵਾਲੇ ਦਾਜ ਦੀ ਰਕਮ ਵੇਖੀ ਜਾਂਦੀ ਹੈ। ਤੇ ਪੈਸਾ ਤੇ ਦਾਜ ਦਾ ਲਾਲਚ ਕਰਕੇ ਕਈ ਵਾਰ ਘੱਟ ਪੜ੍ਹੀ ਲਿਖੀ ਕੁੜੀ ਤੇ ਮੁੰਡੇ ਦੇ ਹਾਣ ਦੀ ਕੁੜੀ ਵੀ ਨਹੀਂ ਵੇਖੀ ਜਾਂਦੀ, ਤੇ ਅੱਗੇ ਜਾ ਕੇ ਉਹ ਵਿਆਹ ਸਿਰੇ ਨਹੀਂ ਚੜ੍ਹ ਸਕਦੇ, ਤੇ ਕਿਤੇ ਨਾ ਕਿਤੇ ਕੁਝ ਸਮਾਂ ਪਾ ਕੇ ਉਸ ਵਿਆਹ ਨੇ ਟੁੱਟਣਾ ਹੀ ਹੁੰਦਾ ਹੈ, ਕਿਉਂਕਿ ਜਦੋਂ ਤੱਕ ਉਹ ਲਾਲਚ ਦੀ ਪੱਟੀ ਅੱਖਾਂ 'ਤੇ ਬੰਨ੍ਹੀ ਹੁੰਦੀ ਹੈ ਤਾਂ ਕੁਝ ਵੀ ਦਿਖਾਈ ਨਹੀਂ ਦਿੰਦਾ। ਉਸ ਤੋਂ ਬਾਅਦ ਉਹਨਾਂ ਵਿੱਚ ਅਣਬਣ ਰਹਿਣ ਲੱਗ ਜਾਂਦੀ ਹੈ। ਕਈ ਕੇਸ ਅਜਿਹੇ ਦੇਖਣ ਨੂੰ ਵੀ ਮਿਲਦੇ ਨੇ ਕਿ ਬਾਅਦ ਵਿੱਚ ਮੁੰਡੇ ਤੇ ਕੁੜੀ ਦੀ ਬਿਲਕੁਲ ਵੀ ਨਹੀਂ ਬਣਦੀ, ਕਿਉਂਕਿ ਉਹਨਾਂ ਵਿੱਚ ਨਾ ਤਾਂ ਉਹਨਾਂ ਦੀ ਯੋਗਤਾ ਮੇਲ ਖਾਂਦੀ ਹੈ ਤੇ ਕਈ ਵਾਰ ਉਮਰ ਵੀ ਮੇਲ ਨਹੀਂ ਖਾਂਦੀ, ਇਸ ਲਈ ਵਿਚਾਰ ਨਹੀਂ ਮਿਲਦੇ ਤੇ ਗੱਲ ਤਲਾਕ ਤੀਕਰ ਪਹੁੰਚ ਜਾਂਦੀ ਹੈ। ਇਸ ਲਈ ਦੋਸਤੋ, ਦਾਜ ਦਾ ਲਾਲਚ ਨਾ ਕਰਕੇ ਸਿਰਫ ਮੁੰਡੇ ਤੇ ਕੁੜੀ ਦੀ ਯੋਗਤਾ ਨੂੰ ਦੇਖ ਕੇ, ਉਹਨਾਂ ਦੇ ਮੇਲ ਜੋਲ ਨੂੰ ਦੇਖ ਕੇ ਹੀ ਰਿਸ਼ਤਾ ਤੈਅ ਕਰਨਾ ਚਾਹੀਦਾ ਹੈ ਕਿ ਇਹ ਕੁੜੀ ਜਾਂ ਮੁੰਡਾ ਸਾਡੇ ਧੀ ਪੁੱਤ ਦੇ ਬਰਾਬਰ ਖੜਿਆ ਸੋਹਣਾ ਲੱਗੇਗਾ ਤਾਂ ਫਿਰ ਇਸ ਨੇ ਓਨੀ ਵਿੱਦਿਆ ਹਾਸਲ ਕੀਤੀ ਹੈ ਜਿੰਨੀ ਸਾਡੇ ਪੁੱਤ ਨੇ ਕੀਤੀ ਹੈ। ਦੋਸਤੋ, ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿ ਬੱਚੀ ਦੀ ਯੋਗਤਾ ਕਿੰਨੀ ਹੈ, ਇਹ ਨਹੀਂ ਕਿ ਉਸ ਨੂੰ ਦਾਜ ਵਿੱਚ ਕੀ ਦਿੱਤਾ ਜਾ ਰਿਹਾ ਹੈ, ਕਿਉਂਕਿ ਦਾਜ ਦੀਆਂ ਚੀਜ਼ਾਂ ਦਾ ਮਾਂ-ਬਾਪ ਨੂੰ ਕੋਈ ਭਾਅ ਨਹੀਂ ਹੁੰਦਾ, ਉਹ ਤਾਂ ਕੁੜੀ ਮੁੰਡੇ ਨੇ ਹੀ ਵਰਤਣੀਆਂ ਨੇ। ਮਾਂ-ਬਾਪ ਨੂੰ ਵਿੱਚ ਪੈਣ ਦੀ ਜ਼ਰੂਰਤ ਨਹੀਂ ਕਿ ਉਹ ਦਾਜ ਮੰਗਣ। ਉਹਨਾਂ ਨੂੰ ਸਿਰਫ ਇਹੀ ਸ਼ਰਤ ਰੱਖਣੀ ਚਾਹੀਦੀ ਹੈ ਕਿ ਕੁੜੀ ਸਾਡੀ ਸੇਵਾ ਕਰੇ ਤੇ ਸਾਰੇ ਘਰ ਨੂੰ ਚੰਗੀ ਤਰ੍ਹਾਂ ਸਾਂਭ ਸੰਭਾਲ ਕੇ ਰੱਖੇ। ਜੋ ਮੰਗ ਕੇ ਦਾਜ ਲੈਂਦੇ ਨੇ ਤਾਂ ਧੀ ਪੁੱਤ ਫਿਰ ਸ਼ੁਰੂ ਤੋਂ ਹੀ ਮਨ ਵਿੱਚ ਇਹੀ ਸੋਚਦਾ ਹੈ ਕਿ ਇਹਨਾਂ ਨੇ ਮੂੰਹੋਂ ਮੰਗ ਕੇ ਦਾਜ ਲਿਆ ਹੈ, ਤੇ ਜੇ ਸ਼ੁਰੂ ਵਿੱਚ ਹੀ ਉਹਨਾਂ ਦੇ ਮਨ ਵਿੱਚ ਫਰਕ ਪੈ ਜਾਵੇ ਤਾਂ ਫਿਰ ਉਹ ਸੱਸ ਸਹੁਰੇ ਦੀ ਦਿਲੋਂ ਇੱਜ਼ਤ ਨਹੀਂ ਕਰਦੀ ਤੇ ਹਰ ਗੱਲ 'ਤੇ ਤੁਹਾਨੂੰ ਨੀਵਾਂ ਹੀ ਦਿਖਾਊਗੀ, ਕਿਉਂਕਿ ਤੁਹਾਡੀ ਇੱਕ ਗਲਤੀ ਨਾਲ ਉਹਦੇ ਮਨ ਵਿੱਚ ਤੁਹਾਡੇ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ। ਤੇ ਜੇ ਪਹਿਲੇ ਦਿਨ ਹੀ ਫਰਕ ਪੈ ਗਿਆ ਤਾਂ ਫਿਰ ਉਸ ਤੋਂ ਬਾਅਦ ਉਹ ਫਰਕ ਹੋਰ ਵੱਧ ਜਾਂਦਾ ਹੈ ਤੇ ਘਰ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ। ਸਾਨੂੰ ਦਾਜ ਨਹੀਂ ਬਲਕਿ ਲੜਕੀ ਦੀ ਯੋਗਤਾ ਦੇਖਣੀ ਚਾਹੀਦੀ ਹੈ ਤਾਂ ਕਿ ਉਹ ਸਾਡੇ ਘਰ ਨੂੰ ਤੇ ਸਾਨੂੰ ਬੁਢਾਪੇ ਵਿੱਚ ਸੰਭਾਲ ਸਕੇ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਜੇ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ।